Welcome to the lecture of engineering material. My name is Amit Verma from Satyam Group of Institute. ठीक है, and I am from mechanical department. Today the topic is heat treatment. The chapter number 4 heat treatment. ਅੱਜ ਆਪਾਂ ਗੱਲ ਕਰਾਂਗੇ ਹੀਟ ਟ੍ਰੀਟਮੈਂਟ ਦੇ ਪ੍ਰੋਸੈਸ ਦੇ ਬਾਰੇ ਵਿੱਚ। ਅੱਜ ਆਪਾਂ ਗੱਲ ਕਰਾਂਗੇ ਹੀਟ ਟ੍ਰੀਟਮੈਂਟ ਦੇ ਪ੍ਰੋਸੈਸ ਦੇ ਬਾਰੇ ਵਿੱਚ। ਹੀਟ ਟ੍ਰੀਟਮੈਂਟ ਹੁੰਦਾ ਕੀ ਹੈ, ਇਹਦੀ ਇੰਟਰੋਡਕਸ਼ਨ ਦੇ ਬਾਰੇ ਗੱਲ ਕਰਾਂਗੇ। ਐਂਡ ਸੈਕਿੰਡ ਗੱਲ ਕਰਾਂਗੇ ਇਹਦੇ ਆਬਜੈਕਟਿਵ ਦੇ ਬਾਰੇ ਮੈਂ ਕਿ ਇਹਦਾ ਪਰਪਸ ਕੀ ਹੈ ਔਰ ਹੀਟ ਟ੍ਰੀਟਮੈਂਟ ਦਾ ਕਿਉਂ ਕਰਨਾ ਜ਼ਰੂਰੀ ਹੈ, ਕਿਉਂਕਿ ਇਹ ਪ੍ਰੈਕਟੀਕਲ ਸਾਰਾ ਦਾ ਸਾਰਾ ਕੀ ਹੈ, ਇੱਕ ਪ੍ਰੈਕਟੀਕਲ ਵਰਕ ਹੈ ਹੀਟ ਟ੍ਰੀਟਮੈਂਟ ਪ੍ਰੋਸੈਸ। ਐਂਡ ਲੈਟਸ ਅੱਗੇ ਇੰਟਰੋਡਕਸ਼ਨ ਦਿੰਦੇ ਹਾਂ। ਹੀਟ ਟ੍ਰੀਟਮੈਂਟ ਇਜ਼ ਅ ਗਰੁੱਪ ਆਫ ਇੰਡਸਟਰੀਅਲ ਥਰਮਲ ਐਂਡ ਮੈਟਾਵਰਕਿੰਗ ਪ੍ਰੋਸੈਸ। ਹੀਟ ਟ੍ਰੀਟਮੈਂਟ ਇੱਕ ਕੰਬੀਨੇਸ਼ਨ ਆ ਇੰਡਸਟਰੀਅਲ ਥਰਮਲ ਅਤੇ ਮੈਟਾਵਰਕਿੰਗ ਪ੍ਰੋਸੈਸ ਹੈ, ਕਿਉਂਕਿ ਹੀਟ ਟ੍ਰੀਟਮੈਂਟ ਇੱਕ ਇੰਡਸਟਰੀਅਲ ਪਰਪਸ ਦੇ ਵਿੱਚ ਯੂਜ਼ ਕੀਤਾ ਜਾਂਦਾ। ਥਰਮਲ ਟ੍ਰੀਟਮੈਂਟ ਪ੍ਰੋਸੈਸ ਹੈ ਕਿ ਇਹਦੇ ਉੱਤੇ ਕੀਤਾ ਜਾਂਦਾ ਮੈਟਲ ਵਰਕਿੰਗ, ਠੀਕ ਹੈ, ਕਿਉਂਕਿ ਇਹ ਨੋਨ ਮੈਟਲ ਵਾਸਤੇ ਬਣਿਆ ਹੀ ਨਹੀਂ ਹੈ। ਹੀਟ ਟ੍ਰੀਟਮੈਂਟ ਪ੍ਰੋਸੈਸ ਬਣਿਆ ਹੀ ਮੈਟਲ ਦੇ ਉੱਤੇ ਹੈ, ਠੀਕ ਹੈ, ਜੋ ਮੈਟਲ ਪਾਰਟਸ and used to alter the physical and sometimes chemical properties of the material। ਕਿੱਥੇ ਯੂਜ਼ ਕਰਦੇ ਹਾਂ, ਕਿਉਂ ਯੂਜ਼ ਕਰਦੇ ਹਾਂ, ਕਿਉਂਕਿ ਆਪਾਂ ਨੂੰ ਫਿਜ਼ੀਕਲ ਅਤੇ ਕੈਮੀਕਲ ਪ੍ਰੋਪਰਟੀਜ਼ ਨੂੰ ਇੰਪਰੂਵ ਕਰਨ ਵਾਸਤੇ ਹੀਟ ਟ੍ਰੀਟਮੈਂਟ ਨੂੰ ਯੂਜ਼ ਕੀਤਾ ਜਾਂਦਾ। ਹੀਟ ਟ੍ਰੀਟਮੈਂਟ ਇਨਵੋਲਵ ਦੀ ਯੂਜ਼ ਆਫ ਹੀਟਿੰਗ ਔਰ ਚਿਲਿੰਗ ਨਾਰਮਲੀ ਟੂ ਐਕਸਟ੍ਰੀਮ ਟੈਂਪਰੇਚਰ। ਹੀਟ ਟ੍ਰੀਟਮੈਂਟ ਦੇ ਅੰਦਰ ਆਪਾਂ ਕਿਸੇ ਵੀ ਮਟੀਰੀਅਲ ਨੂੰ ਹੀਟ ਕਰਦੇ ਹਾਂ ਐਕਸਟ੍ਰੀਮ ਟੈਂਪਰੇਚਰ, ਠੀਕ ਹੈ, ਇੱਕ ਸਪੈਸੀਫਾਈਡ ਟੈਂਪਰੇਚਰ ਦੇ ਉੱਤੇ, ਅਤੇ ਉਸ ਤੋਂ ਬਾਅਦ ਉਸਨੂੰ ਠੰਡਾ ਕੀਤਾ ਜਾਂਦਾ ਟੂ ਅਚੀਵ ਦੀ ਡਿਜ਼ਾਇਰਡ ਰਿਜ਼ਲਟ ਸੱਚ ਐਜ਼ ਹਾਰਡਨਿੰਗ ਔਰ ਸੌਫਟਨਿੰਗ ਆਫ ਦੀ ਮਟੀਰੀਅਲ। ਸਾਨੂੰ ਕੀ ਚਾਹੀਦਾ ਹੈ, ਮਟੀਰੀਅਲ ਤੋਂ ਸੌਫਟ ਚਾਹੀਦਾ ਹੈ, ਹਾਰਡ ਚਾਹੀਦਾ ਹੈ, ਉਸਨੂੰ ਉਸੇ ਤਰੀਕੇ ਨਾਲ ਹੀਟ ਟ੍ਰੀਟਮੈਂਟ ਪ੍ਰੋਸੈਸ ਦਿੱਤਾ ਜਾਂਦਾ ਕਿ ਕਿੰਨਾ ਟੈਂਪਰੇਚਰ ਆਪਾਂ ਉਸ ਮਟੀਰੀਅਲ ਨੂੰ ਦੇਣਾ ਹੈ, ਰੂਮ ਟੈਂਪਰੇਚਰ 'ਤੇ ਠੰਡਾ ਕਰਨਾ ਹੈ ਜਾਂ ਫਿਰ, ਠੀਕ ਹੈ, ਜਾਂ ਫਿਰ ਜਲਦੀ ਹੀ ਠੰਡਾ ਕਰ ਦੇਣਾ ਹੈ ਵਿਦ ਦੀ ਹੈਲਪ ਆਫ ਆਇਲ, ਠੀਕ ਹੈ, ਆਇਲ ਦੇ ਅੰਦਰ ਡਿਪ ਕਰ ਦਿੰਦੇ ਹੁੰਦੇ ਆ। ਹੀਟ ਟ੍ਰੀਟਮੈਂਟ ਇਜ਼ ਅ ਪ੍ਰੋਸੈਸ ਇਨਵੋਲਵਿੰਗ ਹੀਟਿੰਗ ਆਫ ਦੀ ਮੈਟਲ ਅਲੋਏ ਐਟ ਅ ਸਪੈਸੀਫਿਕ ਰੇਟ। ਹੀਟ ਟ੍ਰੀਟਮੈਂਟ ਪ੍ਰੋਸੈਸ ਇੱਕ ਇਹ ਵੀ ਹੈ ਕਿ ਕਿਸੇ ਵੀ ਮੈਟਲ ਜਾਂ ਅਲੋਏ ਨੂੰ ਹੀਟਿੰਗ ਕਰਕੇ ਇੱਕ ਸਪੈਸੀਫਿਕ ਟੈਂਪਰੇਚਰ ਦੇ ਉੱਤੇ ਰੱਖਿਆ ਜਾਂਦਾ। ਹੋਲਡਿੰਗ ਇਟ ਐਟ ਟੈਂਪਰੇਚਰ ਫੋਰ ਏ ਪੀਰੀਅਡ ਆਫ ਟਾਈਮ, ਠੀਕ ਹੈ, ਜਾਂ ਫਿਰ 1 ਘੰਟਾ ਰੱਖਿਆ ਜਾਂਦਾ, 2 ਘੰਟੇ ਰੱਖਿਆ ਜਾਂਦਾ ਉਸ ਟੈਂਪਰੇਚਰ ਦੇ ਉੱਤੇ। ਐਂਡ ਕੂਲਿੰਗ ਇਟ ਐਟ ਏ ਸਪੈਸੀਫਿਕ ਰੇਟ, ਅਤੇ ਉਸ ਤੋਂ ਬਾਅਦ ਉਸਨੂੰ ਇੱਕ ਸਪੈਸੀਫਾਈਡ ਟੈਂਪਰੇਚਰ ਸਪੈਸੀਫਿਕ ਰੇਟ ਦੇ ਉੱਤੇ ਠੰਡਾ ਕੀਤਾ ਜਾਂਦਾ। Heat treatment is performed to obtain a desired microstructure and achieve certain physical, mechanical, magnetic and electrical properties। ਹੀਟ ਟ੍ਰੀਟਮੈਂਟ ਦੇ ਪਿੱਛੇ ਇੱਕ ਮੋਟਿਵ ਹੈ ਕਿ ਆਪਾਂ ਨੂੰ ਕੀ ਚੇਂਜ ਕਰਨਾ ਹੈ ਹੀਟ ਟ੍ਰੀਟਮੈਂਟ ਦੇ ਦੁਆਰਾ। ਆਪਾਂ ਨੂੰ ਜੇਕਰ ਆਪਾਂ ਨੂੰ ਫਿਜ਼ੀਕਲ, ਕੈਮੀਕਲ ਅਤੇ ਮੈਗਨੈਟਿਕ ਪ੍ਰੋਪਰਟੀਜ਼ ਨੂੰ ਚੇਂਜ ਕਰਨਾ ਕਿਸੇ ਮਟੀਰੀਅਲ ਦੇ, ਜਾਂ ਫਿਰ ਮੈਗਨੈਟਿਕ ਪ੍ਰੋਪਰਟੀਜ਼ ਨੂੰ ਇੰਪਰੂਵ ਕਰਨਾ, ਤਾਂ ਆਪਾਂ ਹੀਟ ਟ੍ਰੀਟਮੈਂਟ ਨੂੰ ਹੀ ਪਰਫੋਰਮ ਕਰਦੇ ਹਾਂ, ਹੀਟ ਟ੍ਰੀਟਮੈਂਟ ਨੂੰ ਹੀ ਯੂਜ਼ ਕਰਦੇ ਹਾਂ, ਠੀਕ ਹੈ। ਇਹ ਆਪਣੇ ਕੋਲ ਇੱਕ ਹੀਟ ਟ੍ਰੀਟਮੈਂਟ ਦੀ ਪਿਕਚਰ ਆ, ਠੀਕ ਹੈ, ਜਿਸ ਦੇ ਵਿੱਚ ਮੈਟਲ ਨੂੰ ਦੇਖੋ ਪੂਰਾ ਰੈੱਡ ਹੋਇਆ ਹੋਇਆ ਮੈਟਲ ਹੈ, ਅਪ ਟੂ 2000 to 3000 ਡਿਗਰੀ ਸੈਲਸੀਅਸ ਦੇ ਉੱਪਰ ਇਸ ਨੂੰ ਹੀਟ ਕੀਤਾ ਗਿਆ, ਠੀਕ ਹੈ। ਉਸ ਤੋਂ ਬਾਅਦ ਇਸ ਨੂੰ ਕੀ ਹੈ, ਉਠਾ ਕੇ ਆਇਲ ਦੇ ਵਿੱਚ ਡਿਪ ਕਰਾਂਗੇ ਜਾਂ ਵਾਟਰ ਦੇ ਦੁਆਰਾ ਠੰਡਾ ਕਰਾਂਗੇ, ਠੀਕ ਹੈ, ਕਿਉਂਕਿ ਜਿੱਦਾਂ ਦੀ ਆਪਾਂ ਨੂੰ ਮਟੀਰੀਅਲ ਦੇ ਅੰਦਰ ਪ੍ਰੋਪਰਟੀਜ਼ ਚਾਹੀਦੀਆਂ ਹੈ ਉੱਦਾਂ ਹੀ ਉਸ ਨੂੰ ਹੀਟ ਟ੍ਰੀਟਮੈਂਟ ਨੂੰ ਟਰੀਟ ਕਰਾਂਗੇ, ਠੀਕ ਹੈ। ਸੋ ਇਹ ਟ੍ਰੀਟਮੈਂਟ ਪ੍ਰੋਸੈਸ ਹੈ, ਠੀਕ ਹੈ, ਜਿੱਦਾਂ ਕਿ ਇੱਕ ਡਾਕਟਰ ਆਪਾਂ ਨੂੰ ਟਰੀਟ ਕਰਦਾ ਹੈ ਸਹੀ ਕਰਨ ਵਾਸਤੇ, ਇੱਦਾਂ ਹੀ ਮੈਟਲ ਨੂੰ ਠੀਕ ਕਰਨ ਵਾਸਤੇ ਇੱਕ ਟਰੀਟਮੈਂਟ ਕੀਤਾ ਜਾਂਦਾ ਹੈ, ਉਸ ਨੂੰ ਕਹਿੰਦੇ ਆ ਹੀਟ ਟ੍ਰੀਟਮੈਂਟ ਪ੍ਰੋਸੈਸ। ਆਬਜੈਕਟਿਵ ਆਫ ਦੀ ਹੀਟ ਟ੍ਰੀਟਮੈਂਟ। ਹੀਟ ਟ੍ਰੀਟਮੈਂਟ ਦਾ ਮੇਨ ਆਬਜੈਕਟਿਵ ਕੀ ਹੈ, ਠੀਕ ਹੈ, ਇਹਦਾ ਪਰਪਸ ਕੀ ਹੈ,
ਕਰਨ ਦਾ ਦੀ ਮੇਜਰ ਆਬਜੈਕਟਿਵ ਆਰ ਟੂ ਇਨਕਰੀਜ਼ ਸਟਰੈਂਥ ਐਂਡ ਹਾਰਡਨੈਸ। ਸਭ ਤੋਂ ਮੇਨ ਜੋ ਆਬਜੈਕਟਿਵ ਆ ਇਹਦਾ ਹੈ ਕਿ ਸਟਰੈਂਥ ਅਤੇ ਹਾਰਡਨੈਸ ਨੂੰ ਇਨਕਰੀਜ਼ ਕਰਨਾ, ਟੂ ਇਨਕਰੀਜ਼ ਡਕਟੀਲਿਟੀ ਐਂਡ ਟਫਨੈਸ, ਡਕਟੀਲਿਟੀ ਨੂੰ ਇੰਪਰੂਵ ਕਰਨਾ, ਠੀਕ ਹੈ। ਟਫਨੈਸ ਨੂੰ ਇੰਪਰੂਵ ਮੀਨਸ ਕਿ ਉਸ ਦੀ ਮਟੀਰੀਅਲ ਦੀ ਸ਼ੌਕ ਐਬਜ਼ੋਰਬਿੰਗ ਪ੍ਰੋਪਰਟੀਜ਼ ਨੂੰ ਇਨਕਰੀਜ਼ ਕਰਨਾ। ਜਿੱਦਾਂ ਕਿ ਸਪਰਿੰਗ ਮਟੀਰੀਅਲ ਜੋ ਹੈ ਬਣਦਾ ਜਿਹੜਾ, ਉਸ ਨੂੰ ਹੀਟ ਟਰੀਟਮੈਂਟ ਦਿੰਦੇ ਆ ਤਾਂ ਜੋ ਉਸ ਦੇ ਅੰਦਰ ਟਫਨੈਸ ਇੰਪਰੂਵ ਹੋ ਸਕੇ। ਟੂ ਓਬਟੇਨ ਫਾਈਨ ਗ੍ਰੇਨ ਸਾਈਜ਼, ਸਭ ਤੋਂ ਜ਼ਿਆਦਾ ਮੇਨ ਚੀਜ਼ ਹੈ ਹਰ ਇੱਕ ਮਟੀਰੀਅਲ ਦੇ ਗ੍ਰੇਨ ਸਾਈਜ਼ ਨੂੰ ਇੰਪਰੂਵ ਕਰਨਾ, ਠੀਕ ਹੈ। ਬਾਏ ਰੀਕ੍ਰਿਸਟਲਾਈਜੇਸ਼ਨ, ਅਨੀਲਿੰਗ, ਫੁੱਲ ਅਨੀਲਿੰਗ ਐਂਡ ਨੋਰਮਲਾਈਜ਼ਿੰਗ, ਠੀਕ ਹੈ। ਨੋਰਮਲਾਈਜ਼ਿੰਗ ਪ੍ਰੋਸੈਸ ਇੱਕ ਹੀਟ ਟਰੀਟਮੈਂਟ ਦਾ ਉਹ ਪ੍ਰੋਸੈਸ ਹੈ ਜਿਸ ਦੇ ਅੰਦਰ ਮਟੀਰੀਅਲ ਦੇ ਗ੍ਰੇਨ ਸਾਈਜ਼ ਨੂੰ ਇੰਪਰੂਵ ਕੀਤਾ ਜਾਂਦਾ, ਠੀਕ ਹੈ। ਟੂ ਇੰਪਰੂਵ ਇੰਟਰਨਲ ਸਟਰੈਸ ਫਾਰਮੈਟ ਡਿਊ ਟੂ ਕੋਲਡ ਵਰਕਿੰਗ, ਠੀਕ ਹੈ। ਮਟੀਰੀਅਲ ਦੇ ਇੰਟਰਨਲ ਸਟਰੈਸ ਨੂੰ ਰਿਮੂਵ ਕਰਨ ਵਾਸਤੇ ਹੀਟ ਟਰੀਟਮੈਂਟ ਪ੍ਰੋਸੈਸ ਕੀਤਾ ਜਾਂਦਾ ਹੈ, ਕਿਉਂਕਿ ਜਿਹੜਾ ਮਟੀਰੀਅਲ ਨੂੰ ਆਪਾਂ ਕੋਲਡ ਫੋਰਜਿੰਗ ਦੇ ਦੁਆਰਾ ਤਿਆਰ ਕਰਦੇ ਹਾਂ ਉਸ ਦੇ ਵਿੱਚ ਕਰੈਕਸ ਵੀ ਹੁੰਦੇ ਆ, ਠੀਕ ਹੈ। ਉਸ ਦਾ ਗ੍ਰੇਨ ਸਟਰਕਚਰ ਵੀ ਵਿਗੜ ਜਾਂਦਾ ਹੈ ਹੈਮਰ ਦੇ ਸਟਰਾਈਕ ਦੇ ਦੁਆਰਾ, ਠੀਕ ਹੈ। ਅਤੇ ਉਸ ਨੂੰ ਈਜ਼ੀਲੀ ਮਸ਼ੀਨਿੰਗ ਨਹੀਂ ਹੋ ਸਕਦੀ ਉਸ ਮਟੀਰੀਅਲ ਨੂੰ। ਸੋ ਉਸ ਨੂੰ ਇੰਪਰੂਵ ਕਰਨ ਵਾਸਤੇ ਆਪਾਂ ਕੀ ਕਰਦੇ ਹਾਂ, ਹੀਟ ਟਰੀਟਮੈਂਟ ਪ੍ਰੋਸੈਸ ਕਰਦੇ ਹਾਂ ਤਾਂ ਜੋ ਉਸ ਦੇ ਅੰਦਰ ਇੰਟਰਨਲ ਸਟਰੈਸ ਹੈ, ਠੀਕ ਹੈ, ਉਹ ਇੰਪਰੂਵ ਹੋ ਸਕੇ। ਟੂ ਇੰਪਰੂਵ ਮਸ਼ੀਨੇਬਿਲਿਟੀ ਆਫ ਫੋਰਜ ਕੰਪੋਨੈਂਟ ਦੇ ਦੁਆਰਾ ਜਿਹੜੇ ਵੀ ਆਪਣੇ ਪਾਰਟਸ ਤਿਆਰ ਕੀਤੇ ਜਾਂਦੇ ਆ, ਮਟੀਰੀਅਲ ਤਿਆਰ ਕੀਤਾ ਜਾਂਦਾ ਆ, ਇੱਦਾਂ ਗੇਅਰਸ ਵਗੈਰਾ ਤਿਆਰ ਕੀਤੇ ਜਾਂਦੇ ਆ ਫੋਰਜਿੰਗ ਦੇ ਦੁਆਰਾ, ਉਸ ਨੂੰ ਵੀ ਈਜ਼ੀਲੀ ਮਸ਼ੀਨ ਕੀਤਾ ਜਾ ਸਕਦਾ ਹੈ। ਈਜ਼ੀਲੀ ਮਸ਼ੀਨੇਬਿਲਿਟੀ ਨੂੰ ਇੰਪਰੂਵ ਕਰਨ ਵਾਸਤੇ ਹੀਟ ਟਰੀਟਮੈਂਟ ਪ੍ਰੋਸੈਸ ਯੂਜ਼ ਕਰਦੇ ਹਾਂ, ਠੀਕ ਹੈ। ਆਪਾਂ ਦੇਖਦੇ ਹਾਂ ਕਿ ਬਹੁਤ ਜ਼ਿਆਦਾ ਹਾਰਡ ਮਟੀਰੀਅਲ ਨੂੰ ਆਪਾਂ ਕਦੀ ਵੀ ਮਸ਼ੀਨਿੰਗ ਨਹੀਂ ਕਰ ਸਕਦੇ ਲੇਥ ਮਸ਼ੀਨ ਦੇ ਉੱਪਰ, ਕਿਉਂਕਿ ਕਈ ਵੇਲੇ ਕੀ ਹੁੰਦਾ ਜਦੋਂ ਫੋਰਜਿੰਗ ਪ੍ਰੋਸੈਸ ਚੱਲਦਾ ਹੈ, ਫੋਰਜਿੰਗ ਕਰਦੇ ਹਾਂ ਕਿਸੇ ਮਟੀਰੀਅਲ ਉੱਪਰ ਆਪਾਂ, ਤਾਂ ਉਦੋਂ ਕੀ ਹੁੰਦਾ ਹੈ ਉਹਦੇ ਜੋ ਗ੍ਰੇਨ ਸਟਰਕਚਰ ਹੈ ਉਹ ਵਿਗੜ ਜਾਂਦਾ ਹੈ, ਠੀਕ ਹੈ। ਉਹਦਾ ਜੋ ਗ੍ਰੇਨ ਸਟਰਕਚਰ ਦੇ ਪਾਰਟਸ ਹੁੰਦੇ ਆ, ਠੀਕ ਹੈ, ਪਾਰਟੀਕਲਸ ਹੁੰਦੇ ਆ, ਉਹ ਡਿਸਲੋਕੇਟ ਹੋਏ ਹੁੰਦੇ ਆ, ਜਿਸ ਦੇ ਕਾਰਨ ਕੀ ਆ ਕਈ ਵੇਲੇ ਮਸ਼ੀਨਿੰਗ ਕਰਨਾ ਉਸ ਦੇ ਉੱਤੇ ਔਖਾ ਹੋ ਜਾਂਦਾ ਹੈ। ਤਾਂ ਉਸ ਨੂੰ ਇੰਪਰੂਵ ਕਰਨ ਵਾਸਤੇ ਸਭ ਤੋਂ ਪਹਿਲਾਂ ਤਾਂ ਉਸ ਮਟੀਰੀਅਲ ਨੂੰ ਹੀ ਪਾਰਟਸ ਨੂੰ ਹੀਟ ਟਰੀਟਮੈਂਟ ਕਰਦੇ ਹਾਂ ਤਾਂ ਜੋ ਉਸ ਦੀ ਮਸ਼ੀਨੇਬਿਲਿਟੀ ਨੂੰ ਇੰਪਰੂਵ ਕੀਤਾ ਜਾ ਸਕੇ। ਨੈਕਸਟ, ਡਿਊ ਟੂ ਇੰਪਰੂਵ ਕਟਿੰਗ ਪ੍ਰੋਸੈਸ ਆਫ ਟੂਲ ਸਟੀਲ। ਸੋ ਠੀਕ ਹੈ, ਉਹੀ ਚੀਜ਼ ਆ ਗਈ ਕਿ ਕਟਿੰਗ ਸਪੀਡ ਨੂੰ, ਕਟਿੰਗ ਪ੍ਰੋਪਰਟੀਜ਼ ਨੂੰ ਇੰਪਰੂਵ ਕਰਨ ਲਈ ਆਪਾਂ ਹੀਟ ਟਰੀਟਮੈਂਟ ਯੂਜ਼ ਕਰਦੇ ਹਾਂ। ਜਿੱਦਾਂ ਕਿ ਇੱਕ ਟੂਲ ਯੂਜ਼ ਕਰਦੇ ਜਦੋਂ ਲੇਥ ਮਸ਼ੀਨ ਦੇ ਉੱਤੇ ਟੂਲਸ ਯੂਜ਼ ਕੀਤੇ ਜਾਂਦੇ ਹਾਈ ਸਪੀਡ ਸਟੀਲ ਦੇ, ਠੀਕ ਹੈ, ਉਸ ਦੀ ਹਾਰਡਨੈਸ ਨੂੰ ਵਧਾਉਣ ਲਈ ਹੀਟ ਟਰੀਟਮੈਂਟ ਪ੍ਰੋਸੈਸ ਕਰਦੇ ਹਾਂ ਤਾਂ ਜੋ ਮਟੀਰੀਅਲ ਬਹੁਤ ਜ਼ਿਆਦਾ ਹਾਰਡ ਹੋ ਸਕੇ ਕਿਸੇ ਦੂਜੇ ਮਟੀਰੀਅਲ ਨੂੰ ਕੱਟ ਕਰਨ ਦੇ ਲਈ। ਇਹ ਇੰਪਰੂਵ ਸਰਫੇਸ ਹਾਰਡਨਿੰਗ, ਕਰੋਜ਼ਨ ਰੈਜ਼ਿਸਟੈਂਸ, ਕਿਸੇ ਵੀ ਮਟੀਰੀਅਲ ਦੀ ਸਰਫੇਸ ਨੂੰ ਹਾਰਡ ਕਰਨ ਲਈ, ਕਰੋਜ਼ਨ ਮੀਨਸ ਕਿ ਜੰਗਾਲ ਤੋਂ ਬਚਾਉਣ ਲਈ ਹੀਟ ਟਰੀਟਮੈਂਟ ਕੀਤਾ ਜਾਂਦਾ। ਟੂ ਇੰਪਰੂਵ ਇਲੈਕਟ੍ਰੀਕਲ ਪ੍ਰੋਪਰਟੀਜ਼, ਠੀਕ ਹੈ, ਇਲੈਕਟ੍ਰੀਕਲ ਪ੍ਰੋਪਰਟੀਜ਼ ਹੀਟ ਟਰੀਟਮੈਂਟ ਦੇ ਦੁਆਰਾ ਹੀ ਇੰਪਰੂਵ ਹੁੰਦੀਆਂ, ਠੀਕ ਹੈ। ਸੋ ਇਹ ਤੁਹਾਡਾ ਸੀਗਾ ਅੱਜ ਦਾ ਹੀਟ ਟਰੀਟਮੈਂਟ ਦੀ ਇੰਟਰੋਡਕਸ਼ਨ ਐਂਡ ਪਰਪਸ, ਮੀਨਸ ਕਿ ਓਬਜੈਕਟਿਵ ਕੀ ਹੈ, ਕਿਉਂ ਯੂਜ਼ ਕੀਤਾ ਜਾਂਦਾ ਹੈ। ਸੋ ਆਪਾਂ ਅੱਜ ਡਿਸਕਸ ਕੀਤਾ। ਨੈਕਸਟ ਆਪਾਂ ਗੱਲ ਕਰਾਂਗੇ। ਸੋ ਆਪਣੇ ਨੋਟਸ ਤੁਸੀਂ ਨਾਲ ਦੀ ਨਾਲ ਤਿਆਰ ਕਰੋ। ਥੈਂਕ ਯੂ ਬੱਚੋ।